ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ। ਤੇ ਅੱਜ ਆਪ ਜੀ ਦੇ ਨਾਲ ਬਹੁਤ ਹੀ ਅਹਿਮ ਚਰਚਾ ਨੂੰ ਲੈ ਕੇ ਹਾਜ਼ਰ ਹੋਏ ਹਾਂ। ਸੋ ਦੋਸਤੋ, ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਚੱਕਾ ਜਾਮ ਜਿਹੀ ਸਥਿਤੀ ਬਣਾਈ ਹੋਈ ਹੈ ਅਤੇ ਇਸ ਦੇ ਚੱਲਦਿਆਂ ਭਾਰਤ ਦੇਸ਼ ਦੇ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਮਜ਼ਦੂਰ ਅਤੇ ਗਰੀਬ ਲੋਕਾਂ ਤੇ ਪਿਆ ਹੈ। ਸੋ ਇਸ ਦੀ ਰਹਿੰਦੀ ਕਸਰ ਜਿਹੜੀ ਹੈ ਉਹ ਬੀਤੇ ਦਿਨੀ ਸਰਕਾਰ ਨੇ ਪੂਰੀ ਕਰ ਦਿੱਤੀ ਹੈ ਮਜ਼ਦੂਰਾਂ ਦੇ ਲੇਬਰ ਲਾਅ ਦੇ ਵਿੱਚ ਕੁਝ ਬਦਲਾਵ ਕਰਕੇ। ਇਹ ਚਰਚਾ ਕਰਾਂਗੇ। ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਹ ਕੁਝ ਸੂਬੇ ਆ ਜਿਨ੍ਹਾਂ ਦੇ ਵਿੱਚ ਬਦਲਾਵ ਹੋਏ ਆ ਇਹਨਾਂ ਲੇਬਰ ਲਾਅ ਦੇ ਵਿੱਚ। ਸੋ ਇਹਨਾਂ ਦੇ ਵਿੱਚ ਕੁਝ ਕੁ ਮਹੀਨਿਆਂ ਤੋਂ ਲੈ ਕੇ 3-3 ਸਾਲ ਤੱਕ ਜਿਹੜੇ ਆ ਉਹ ਲੇਬਰ ਲਾਅਸ ਜਿਹੜੇ ਆ ਉਹ ਖਾਰਜ ਕਰ ਦਿੱਤੇ ਗਏ ਆ। ਸੋ ਇਹਦਾ ਮਤਲਬ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਆ ਗਰੀਬ ਮਜ਼ਦੂਰ ਨੇ ਜਿਹੜਾ ਆ ਉਹਨਾਂ ਨੂੰ ਕਾਨੂੰਨ ਦੀ ਸੁਰੱਖਿਆ ਤੋਂ ਇੱਕ ਤਰ੍ਹਾਂ ਨਾਲ ਬੇਦਖਲ ਕਰਨ ਵਾਲੀ ਜਿਹੜੀ ਆ ਉਹ ਗੱਲ ਆ। ਸੋ ਕਿਉਂਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਆ ਇਸ ਟਾਈਮ ਪੈਦਲ ਹੀ ਆਪਣੇ ਜਿਹੜਾ ਆ ਰਾਜਾਂ ਨੂੰ ਨਿਕਲੇ ਹੋਏ ਆ। ਸੋ ਉਹਨਾਂ ਨੂੰ ਇਸ ਚੀਜ਼ ਦਾ ਕਿਤੇ ਵੀ ਆਭਾਸ ਨਹੀਂ ਹੋਏਗਾ ਕਿ ਸਾਡੇ ਜਿਹੜਾ ਆ ਮਗਰੋਂ ਇਹੋ ਜਿਹੇ ਕੋਈ ਸਰਕਾਰ ਜਿਹੜੇ ਆ ਉਹ ਉਹਨਾਂ ਦੇ ਕਾਨੂੰਨਾਂ ਦੇ ਵਿੱਚ ਬਦਲਾਵ ਕਰ ਰਹੀ ਹੈ। ਕਿਉਂਕਿ 8 ਘੰਟੇ ਦਾ ਸਮਾਂ ਜਿਹੜਾ ਸੀਗਾ ਉਹਨੂੰ 12 ਘੰਟੇ ਤੱਕ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਮਾਲਕ ਜਿਹੜਾ 12 ਘੰਟੇ ਤੱਕ ਉਹਨਾਂ ਤੋਂ ਕੰਮ ਲੈ ਸਕਣਗੇ। ਸੋ ਇਹ ਜਿਹੜੇ ਬਦਲਾਵ ਆ ਉਹ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੜੀਸਾ, ਪੰਜਾਬ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਆਦਿ ਹੋਰ ਸੂਬਿਆਂ ਦੇ ਵਿੱਚ ਜਿਹੜੇ ਆ ਉਹ ਕੀਤੇ ਗਏ ਆ। ਸੋ ਇਹਦੇ ਬਾਰੇ ਅੱਜ ਚਰਚਾ ਕਰਾਂਗੇ। ਦੋਸਤੋ, ਅੱਜ ਸਾਡੇ ਨਾਲ ਇਸ ਬਾਰੇ ਚਰਚਾ ਕਰਨ ਵਾਸਤੇ ਮੌਜੂਦ ਹਨ ਸੋਸ਼ਲ ਵਰਕਰ ਜਿਨ੍ਹਾਂ ਦਾ ਨਾਮ ਹੈ ਗੁਰੂ ਇਕਬਾਲ। ਸੋ ਆਓ ਉਹਨਾਂ ਦੇ ਨਾਲ ਚਰਚਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰੂ ਇਕਬਾਲ ਜੀ। ਸੋ ਜਿਸ ਤਰ੍ਹਾਂ ਆਪ ਭਲੀ ਭਾਂਤੀ ਜਾਣੂ ਹੋ ਕਿ ਬੀਤੇ ਦਿਨੀ ਲੇਬਰ ਲਾਅ ਵਿੱਚ ਜਿਹੜਾ ਆ ਉਹ ਸਰਕਾਰ ਵੱਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਬਹੁਤ ਸਾਰੇ ਰਾਜਾਂ ਦੇ ਵਿੱਚ। ਸੋ ਇਸ ਨੂੰ ਲੈ ਕੇ ਜਿੱਦਾਂ ਇੱਕ ਤਾਂ ਇਹ ਹੈ ਕਿ ਮਜ਼ਦੂਰਾਂ ਦੀ ਜਿਹੜੀ ਆ 8 ਘੰਟੇ ਤੋਂ 12 ਘੰਟੇ ਜਿਹੜਾ ਸਮਾਂ ਡਿਊਟੀ ਦਾ ਕਰ ਦਿੱਤਾ ਗਿਆ ਹੈ। ਤੇ ਬਹੁਤ ਸਾਰੇ ਜਿਹੜੇ ਆ ਮਜ਼ਦੂਰ ਜਿਹੜਾ ਉਹਨਾਂ ਨੂੰ ਪਤਾ ਨਹੀਂ ਹੈ ਵੀ ਸਾਡੇ ਜਿਹੜਾ ਆ ਇਹੋ ਜਿਹੇ ਬਦਲਾਵ ਕਾਨੂੰਨਾਂ ਦੇ ਵਿੱਚ ਕੀਤੇ ਗਏ ਹਨ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹਨਾਂ ਬਦਲਾਵਾਂ ਦਾ ਕੀ ਅਸਰ ਪਵੇਗਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੇਰਾ ਬੜਾ ਧੰਨਵਾਦ ਆ ਆਪ ਜੀ ਨੂੰ ਤੇ ਜਿਨ੍ਹਾਂ ਨੇ ਇਸ ਵਿਸ਼ੇ ਤੇ ਮਹੱਤਵਪੂਰਨ ਵਿਸ਼ੇ ਤੇ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਜੀ ਆਪਾਂ ਨੂੰ ਇਹ ਹੁਣ ਪਤਾ ਲੱਗਾ ਕਿ ਸਰਕਾਰ ਨੇ ਕਾਨੂੰਨ ਬਦਲੇ ਆ। ਹਾਂਜੀ, ਪਹਿਲੀ ਗੱਲ ਇਹ ਕਿ ਬਦਲੇ ਕਿਉਂ ਆ? ਕਾਰਨ ਇਹ ਆ ਕਿ ਜਿਹੜਾ ਕਰੋਨਾ ਵਾਇਰਸ ਦੇ ਨਾਲ ਜਿਹੜੀ ਇੰਡਸਟਰੀ ਬੰਦ ਹੋਈ ਆ, ਕਾਰਪੋਰੇਟ ਘਰਾਣਿਆਂ ਨੂੰ ਜਿੰਨਾ ਲਾਸ ਹੋਇਆ ਵਾ ਉਹਦੀ ਪੂਰਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ। ਬਿਲਕੁਲ। ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਪੂਰਤੀ ਦਾ ਰਾਹ ਇਹ ਹੈਗਾ ਕਿ ਇਹਨਾਂ ਨੂੰ ਗ੍ਰਾਂਟਾਂ ਦੇਣੀਆਂ, ਟੈਕਸ ਮਾਫ ਕਰਨੇ। ਦੂਸਰਾ ਆਪਣਾ ਜਿਹੜੀਆਂ ਇਹਨਾਂ ਨੂੰ ਹੋਰ ਸਬਸਿਡੀਆਂ ਦੇਣੀਆਂ, ਹਾਂਜੀ, ਹੋਰ ਲੋਨ ਦੇਣੇ, ਉਹ ਵੀ ਸਰਕਾਰਾਂ ਨੇ ਦੇਣੇ ਆ। ਤੇ ਹੋਰ ਇਸ ਤੋਂ ਵੱਧ ਕੀ ਕੀਤਾ ਜਾ ਸਕਦਾ? ਸੋ ਸਰਕਾਰ ਨੇ ਇੱਕ ਨਵਾਂ ਆਈਡੀਆ ਲੱਭਿਆ ਕਿ ਹੋਰ ਜਿਹੜੇ ਇਹਨਾਂ ਕੋਲ ਮਜ਼ਦੂਰ ਕੰਮ ਕਰਦੇ ਉਹਨਾਂ ਦਾ ਗਲ ਪੁੱਟੀਏ। ਉਹਨਾਂ ਨੇ ਇਸ ਵਾਸਤੇ ਇਹਨਾਂ ਦੀ ਨਿਊਨਤਮ ਮਜ਼ਦੂਰੀ, ਰਜਿਸਟ੍ਰੇਸ਼ਨ ਦੇ ਸਾਰਾ ਜੋ ਪ੍ਰੋਸੈਸ, ਪੁਰਾਣੇ ਹੱਕ ਜਿੰਨੇ ਵੀ ਮਜ਼ਦੂਰਾਂ ਦੇ ਆ ਉਹਨਾਂ ਨੂੰ ਖਤਮ ਕਰਕੇ ਇੱਕ ਗੁਲਾਮੀ ਵਾਲਾ ਪ੍ਰੋਸੈਸ ਤਿਆਰ ਕਰ ਦਿੱਤਾ ਕਿ ਜਿੰਨੇ ਹੀ ਉਹਦੀ ਮਰਜ਼ੀ ਚਾਹੀਦੀ ਆ ਉਹ ਦਿਹਾੜੀ ਆਪਣੀ ਦਵੇ, ਜਿੰਨੀ ਇੰਡਸਟਰੀ ਨੂੰ ਪੁੱਗਦੀ ਆ ਤੇ ਉਨੀ ਉਹ ਦੇ ਦੇਵੇ, ਜਿੰਨੀ ਜੇ ਨਹੀਂ ਇਹਨੂੰ ਪੁੱਗਦੀ ਤਾਂ ਆਪਣਾ ਰਾਹ ਫੰਡ ਲਗਾ ਦਿਓ। ਕੋਈ ਉਹਨਾਂ ਦੀ ਪੁੱਛਗਿੱਛ ਕਿਸੇ ਪੜਤਾਲ ਨਹੀਂ ਰਹਿਣੀ। ਸੋ ਇਸ ਚੀਜ਼ ਨੂੰ ਇਹਨਾਂ ਨੇ ਕਾਨੂੰਨੀ ਜਾਮਾ ਪਹਿਨਾ ਕੇ ਤੇ ਨਵਾਂ ਮਸਲਾ ਖੜਾ ਕਰ ਦਿੱਤਾ ਹੈ। ਪਰ ਜੇ ਦੂਜੇ ਪਾਸੇ ਗੱਲ ਕਰੀਏ ਵੀ ਜਿਹੜਾ ਆਪਣੇ ਦੇਸ਼ ਦਾ ਮੀਡੀਆ ਵਾ, ਕਾਫੀ ਨਿਊਜ਼ ਚੈਨਲਾਂ ਤੇ ਜਿਹੜੀ ਆ ਕਿਹਾ ਜਾ ਰਿਹਾ ਇਹਨਾਂ ਬਦਲਾਵਾਂ ਨੂੰ ਲੈ ਕੇ ਕਿ ਇਹ ਇੱਕ ਜਿਹੜਾ ਆ ਇੰਡਸਟਰੀ ਵਾਸਤੇ ਔਰ ਆਪਣੇ ਦੇਸ਼ ਵਾਸਤੇ ਇੱਕ ਸੁਧਾਰ ਆ ਕਿ ਜਿਹੜਾ ਇਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਕੀਤੇ ਗਏ ਆ। ਤਾਂ ਕੀ ਇਹਨਾਂ ਬਾਰੇ ਕਹਿਣਾ ਚਾਹੀਦਾ? ਜਿੱਥੇ ਤਾਂ ਇੰਡੀਅਨ ਮੀਡੀਆ ਦੀ ਗੱਲ ਕੀਤੀ ਜਾਂਦੀ, ਇੰਡੀਅਨ ਮੀਡੀਆ ਦੇ ਉੱਪਰ ਤੇ ਕੋਈ ਭਰੋਸਾ ਕਰਦਾ ਹੀ ਨਹੀਂਗਾ, ਕਿਉਂਕਿ ਇਹ ਤੇ ਸਰਕਾਰ ਦਾ ਇੱਕ ਵੈਲ ਪਲਾਨ ਏਜੰਡੇ ਨੂੰ ਅੱਗੇ ਇੰਪਲੀਮੈਂਟ ਕਰਨ ਲਈ ਜਨਤਾ ਦੇ ਉੱਪਰ ਇਹਨੂੰ ਰੱਖਿਆ ਵਾ। ਸਰਕਾਰਾਂ ਦੇ ਚੋਰੀਆਂ ਦੇ ਉੱਪਰ ਕੋਈ ਧਿਆਨ ਨਾ ਜਾਵੇ, ਇਸ ਕਰਕੇ ਇਹਨਾਂ ਨੇ ਸੋ ਜਿਹੜੀਆਂ ਮੀਡੀਆ ਵਾ ਇਹ ਤਾਂ ਆਪ ਮਤਲਬ ਇਹਨਾਂ ਨੇ ਇਹਨਾਂ ਚੀਜ਼ਾਂ ਦੇ ਲਾਹੇ ਲੈਣੇ ਆ। ਸੋ ਮੀਡੀਆ ਦੇ ਉੱਪਰ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਹਾਂਜੀ, ਸੋ ਇਸ ਕਰਕੇ ਮਜ਼ਦੂਰਾਂ ਨੂੰ ਵੀ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਾ ਪਊਗਾ। ਕਿਉਂਕਿ ਬੀਤੇ ਦਿਨੀ ਜਿਹੜਾ ਲੋਕਡਾਊਨ ਸੀਗਾ, ਲੋਕਡਾਊਨ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਜਿਹੜਾ ਆ ਮਾਲਕਾਂ ਵੱਲੋਂ ਸੈਲਰੀ 'ਚ ਕਟੌਤੀ ਵੀ ਕੀਤੀ ਗਈ ਤੇ ਜਿਹੜਾ ਬਹੁਤਿਆਂ ਨੂੰ ਸੈਲਰੀ ਮਿਲੀ ਵੀ ਨਹੀਂ ਸੀਗੀ। ਸੋ ਉਹ ਜਿਹੜੇ ਮਜ਼ਦੂਰ ਆ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਜਿਹੜਾ ਆ ਆਪਣੇ ਘਰਾਂ ਨੂੰ ਪੈਦਲ ਹੀ ਨਿਕਲ ਗਏ ਸੀ ਮਜਬੂਰੀ ਦੇ ਵਿੱਚ।
ਸੋ ਉਹਨਾਂ ਨੂੰ ਵੀ ਜਿਹੜਾ ਆ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੋਏਗਾ, ਕਿਉਂਕਿ ਸਰਕਾਰ ਨੇ ਇਹੋ ਜਿਹਾ ਕੋਈ ਕਦਮ ਚੁੱਕਿਆ ਨਹੀਂਗਾ। ਜੇ ਉਹ ਜਿਹੜੀ ਜਾਣਕਾਰੀ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਸੀਗੀ। ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਆਪਣੀ ਸਰਕਾਰ, ਕੈਪਟਨ ਸਰਕਾਰ ਨੇ ਇੱਕ ਐਲਾਨ ਕੀਤਾ ਸੀਗਾ 1 ਮਈ ਨੂੰ ਵੀ ਜਿਹੜੇ ਹਾਈ ਸਕਿੱਲ ਜਿਹੜੇ ਆ ਵਰਕਰ ਆ, ਜਿਹੜੇ ਮਜ਼ਦੂਰ ਆ, ਉਹਨਾਂ ਦੀ ਜਿਹੜਾ ਆ ਨਿਊਨਤਮ ਮਜ਼ਦੂਰੀ ਵਿੱਚ ਕੁਛ ਦਰ ਵਾਧਾ ਕੀਤਾ ਸੀਗਾ। ਪਰ ਉਹਨਾਂ ਨੇ ਇਸ ਫੈਸਲੇ ਨੂੰ ਵੀ ਜਿਹੜਾ ਆ ਉਹ ਵਾਪਸ ਲੈ ਲਿਆ ਸੀ। ਸੋ ਪਰ ਉਹਨਾਂ ਦਾ ਇਹ ਸੀਗਾ ਕਾਰਨ ਵੀ ਇੱਕ ਆਰਥਿਕ ਅਵਸਥਾ ਸੂਬੇ ਦੀ ਜਿਹੜੀ ਆ ਉਹਨੂੰ ਸੰਕਟ ਦੇ ਵਿੱਚ ਦੇਖਦਿਆਂ ਹੋਇਆਂ ਇਹ ਜਿਹੜਾ ਫੈਸਲਾ ਲਿਆ ਗਿਆ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇਹਦੇ ਵਿੱਚ ਦੇਖਣ ਸੁਣਨ ਵਾਲੀ ਜਿਹੜੀ ਗੱਲ ਆ ਨਾ, ਮੇਨ ਸਟਰੋਂਗ ਪੁਆਇੰਟ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਨਿਊਨਤਮ ਮਜ਼ਦੂਰੀ ਜਿਹੜੀ ਹਾਈ ਸਕਿੱਲ ਵਰਕਰ ਆ, ਹਾਈ ਸਕਿੱਲ ਕਿਹੜੇ ਆ ਪਹਿਲਾਂ ਤਾਂ ਉਹਨਾਂ ਦੀ ਡੈਫੀਨੇਸ਼ਨ ਕਲੀਅਰ ਕਰਨੀ ਚਾਹੀਦੀ ਆ। ਬਿਲਕੁਲ, ਉਹ ਹੈਗੇ ਉੱਚੇ ਅਹੁਦਿਆਂ ਵਾਲੇ ਜਿਨ੍ਹਾਂ ਦੀ ਰਾਜਨੀਤਿਕ ਗਲਿਆਰਾ 'ਚ ਜਾਂ ਰਾਜਨੀਤਿਕ ਨੇਤਾਵਾਂ ਤੱਕ, ਰਾਜਨੀਤਿਕ ਪਾਰਟੀਆਂ ਤੱਕ, ਸਰਕਾਰਾਂ ਦੇ ਪਹੁੰਚ ਆ। ਉਹਨਾਂ ਦੀ ਉਹ ਕਹਿੰਦੇ ਵਧਾ ਦਿਓ। ਹੁਣ ਜੇ ਉਹਦੀ ਵਧਾਈ ਆ ਤੇ ਜੇ ਮਜ਼ਦੂਰ ਦੀ ਘਟਾਉਂਦੇ ਆ ਤੇ ਇੱਕ ਵਿਦਰੋਹ ਦਾ ਸਿਸਟਮ ਖੜਾ ਹੋ ਜਾਂਦਾ। ਬਾਕੀ ਸਰਕਾਰਾਂ ਨੇ ਆ ਪੰਜਾਬ ਦੇ ਵਿੱਚ ਜਿਹੜਾ 12 ਘੰਟੇ ਵਾਲਾ ਪ੍ਰੋਸੈਸ ਕੀਤਾ ਸੀਗਾ, ਇਹਨੂੰ ਇੱਕ ਮਤਲਬ ਲੋਕਾਂ ਦੇ ਵਿੱਚ ਚਲਾ ਕੇ ਦੇਖ ਲਿਆ ਵਾ। ਜੇ ਮਜ਼ਦੂਰ ਲਾਂ ਬੰਦ ਹੋਏ ਤੇ ਇਹ ਪ੍ਰੋਸੈਸ ਜਿਹੜਾ ਪੂਰੇ ਦਾ ਪੂਰਾ ਇਹ ਲਾਗੂ ਹੋਣਾ ਵਾ ਪੰਜਾਬ ਦੀ ਲੇਬਰ ਦੇ ਉੱਪਰ, ਸਾਰੀਆਂ ਕੰਪਨੀਆਂ ਦੇ ਉੱਪਰ, ਤੇ ਜਿਹੜਾ ਕਿ ਮਤਲਬ ਇੱਕ ਨਵੇਂ ਸਮੀਕਰਨ ਪੈਦਾ ਕਰੂਗਾ ਕਿ ਜਿਹੜਾ ਗਰੀਬ ਨੂੰ ਆਪਣੇ ਜੀਣ ਲਈ ਰੋਟੀ ਤੇ ਕੱਪੜਾ ਤਾਂ ਮਿਲਦਾ ਰਹੂਗਾ, ਪਰ ਇਸ ਤੋਂ ਵੱਧ ਉਹਨੂੰ ਕੱਖ ਨਹੀਂ ਮਿਲੂਗਾ। ਸੋ ਇਸ ਕਰਕੇ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਹੌਲੀ ਹੌਲੀ ਇਹਨਾਂ ਨੇ ਲਾਗੂ ਕਰਨਾ ਹੀ ਕਰਨਾ ਵਾ। ਜਦੋਂ ਇਹ ਕਾਨੂੰਨ ਬਣ ਗਏ, ਤੁਸੀਂ ਇਹ ਦੇਖੋਗੇ ਜੇ ਮਜ਼ਦੂਰ ਜਿਹੜੇ ਬਾਅਦ ਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਗੇ, ਉਹਨਾਂ ਦਾ ਕੋਰਟ ਦੇ ਚੱਕਰ ਦੇ ਵਿੱਚ ਹੀ ਸਮਾਂ ਖਰਾਬ ਹੋ ਕੇ ਘੱਟੋ ਘੱਟ 3 ਜਾਂ 4 ਜਾਂ 5 ਸਾਲ ਲੰਘ ਜਾਣੇ। ਤੇ ਜਿੱਥੇ ਹੁਣ ਜਾਈਏ ਲਾਇਆ ਜਾਵੇ ਵੀ ਕੋਵਿਡ-19 ਦੇ ਨਾਲ ਜੇ ਇੰਡਸਟਰੀਆਂ ਨੂੰ ਘਾਟਾ ਪਿਆ ਤਾਂ ਮਜ਼ਦੂਰਾਂ ਨੂੰ ਵੀ ਘਾਟਾ ਬਹੁਤ ਪਿਆ ਵਾ। ਬਿਲਕੁਲ, ਹੁਣ ਇੱਥੇ ਗੱਲ ਦੇਖਣ ਵਾਲੀ ਆ, ਜੇ ਮਜ਼ਦੂਰ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਜਾਂ ਫੈਕਟਰੀਆਂ ਦਾ ਜੇ ਆਪਣੇ ਘਾਟਾ ਪੂਰਾ ਇਸ ਤਰ੍ਹਾਂ ਹੋ ਜਾਊਗਾ, ਤੇ ਪਰ ਜਦੋਂ ਫੈਕਟਰੀਆਂ ਜਿਹੜੀਆਂ ਵਾ ਵਾਧੇ ਚ ਆਉਣਗੀਆਂ, ਪ੍ਰੋਫਿਟ ਚ ਆਉਣਗੀਆਂ, ਫਿਰ ਮਜ਼ਦੂਰਾਂ ਨੂੰ ਹਿੱਸਾ ਵੀ ਕੋਈ ਮਿਲੂਗਾ। ਉਸ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ। ਸਹੀ ਗੱਲ। ਸੋ ਇਹ ਤੇ ਇੱਕ ਸਿਰਫ ਗਰੀਬ ਨੂੰ ਗੁਲਾਮੀ ਵਿੱਚ ਬੰਨਣ ਲਈ ਇਹ ਪ੍ਰੋਸੈਸ ਤਿਆਰ ਕੀਤਾ ਗਿਆ ਵਾ। ਠੀਕ ਹੈ। ਜੇ ਇਸ ਤੋਂ ਪਹਿਲਾਂ ਲਾਈਏ ਕਿ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਜਦੋਂ ਇਹ ਸੰਵਿਧਾਨ ਲਾਗੂ ਕੀਤਾ ਸੀ, ਉਹਨਾਂ ਨੇ ਇਹ ਜੰਜੀਰਾਂ ਤੋੜੀਆਂ ਸੀ ਸਮੇਂ ਨੂੰ ਆਪਣੇ 8 ਘੰਟੇ 'ਚ ਬੰਨ ਕੇ ਉਹਦੇ ਫੰਡ ਤੈਅ ਕਰਕੇ, ਉਹਦੀ ਸੈਲਰੀ ਤੈਅ ਕਰਕੇ, ਉਹਦੇ ਸਾਰੇ ਅਧਿਕਾਰ ਜਿਹੜੇ ਆ ਬੰਨ ਕੇ, ਇਹਨਾਂ ਵਾਸਤੇ ਜਿਹੜੀਆਂ ਟ੍ਰੇਡ ਯੂਨੀਅਨਾਂ ਬਣਾਈਆਂ ਗਈਆਂ, ਉਹਨਾਂ ਨੇ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਚੱਕਣੀ। ਹੁਣ ਤੇ ਟ੍ਰੇਡ ਯੂਨੀਅਨਾਂ ਵੀ ਇਹਦੇ ਵਿੱਚ ਖਤਮ ਕੀਤੀਆਂ ਜਾਣੀਆਂ। ਹਾਂਜੀ, ਟ੍ਰੇਡ ਯੂਨੀਅਨਸ ਵੀ ਜਿਹੜੀਆਂ ਆ ਉਹਨਾਂ ਨੂੰ ਹਾਲਾਤ ਬਹੁਤ ਮਾੜੇ ਆ ਰਹੇ ਆ। ਬਿਲਕੁਲ। ਸੋ ਜੇ ਗੱਲ ਕਰੀਏ ਤੇ ਇਹ ਜਿਹੜੇ ਬਦਲਾਵ ਆ ਇਹ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੜੀਸਾ, ਪੰਜਾਬ, ਕਰਨਾਟਕ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਇਹ ਕੀਤੇ ਗਏ ਆ। ਤੇ ਜੇ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਕੁੱਲ 38 ਲੇਬਰ ਲਾ ਦੇ ਵਿੱਚੋਂ ਜਿਹੜਾ ਆ 35 ਲੇਬਰ ਲਾ ਜਿਹੜੇ ਆ ਉਹ 3 ਸਾਲ ਤੱਕ ਜਿਹੜੇ ਆ ਉਹ ਸਸਪੈਂਡ ਕਰ ਦਿੱਤੇ ਗਏ ਆ। ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਗੱਲ ਹੈ, ਜਿਹਦੇ ਵਿੱਚ ਆਪਣੇ ਨਿਊਨਤਮ ਮਜ਼ਦੂਰੀ ਕਾਨੂੰਨ ਵੀ ਸ਼ਾਮਲ ਆ। ਜੇ ਹੁਣ 35 ਜੋ ਇੰਨੇ ਕਰ ਦਿੱਤੇ ਆ ਤਾਂ ਮਗਰ ਬਚਿਆ ਕੀ ਆ? ਹਾਂ, 38 ਚੋਂ 35 ਕੀਤੇ ਉਹਨਾਂ ਨੇ। 38 ਚੋਂ 35 ਦਾ ਮਤਲਬ ਇਹ ਆ ਇੱਕ ਰਜਿਸਟਰ ਲੱਗੂਗਾ, ਉਹਦਾ ਨਾਂ ਲਿਖਿਆ ਕਰਨਗੇ। ਇੱਕ ਤੇ ਇਹ ਹੁੰਦਾ ਕਿ ਉਹਦਾ ਨਾਂ ਲਿਖਣਾ ਜ਼ਰੂਰੀ ਹੁੰਦਾ ਵਾ, ਤੇ ਬਾਕੀ ਉਹਦੀਆਂ ਮੈਡੀਕਲ ਫੈਸਿਲਿਟੀਆਂ, ਜੋ ਲੋਨ ਫੰਡ, ਇਹ ਉਹ ਸਾਰਾ ਸੈਲਰੀ ਸਿਸਟਮ ਸਾਰਾ ਖਤਮ। ਸੋ ਇਹ ਵੀ ਕਿਹਾ ਜਾ ਸਕਦਾ ਕਿ ਜਿਹੜੇ ਆ ਮਜ਼ਦੂਰ ਲੋਕ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਾਨੂੰਨੀ ਸੁਰੱਖਿਆ ਤੋਂ ਜਿਹੜਾ ਬੇਦਖਲ ਕਰਨ ਦਾ ਹੋ ਚੁੱਕੇ ਜੀ ਇੱਕ ਢੰਗ ਆ। ਹਾਂਜੀ। ਸੋ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਟ੍ਰੇਡ ਯੂਨੀਅਨਾਂ ਦੀ ਤੁਸੀਂ ਗੱਲ ਕੀਤੀ ਆ, ਉਹ ਵੀ ਇਹਦੇ ਵਿੱਚ ਜਿਹੜਾ ਆ ਖਤਮ ਕੀਤੀਆਂ ਜਾ ਰਹੀਆਂ ਵਾ, ਪਰ ਬਹੁਤ ਸਾਰੀਆਂ ਟ੍ਰੇਡ ਯੂਨੀਅਨਸ ਜਿਹੜੀਆਂ ਵਾ BMS ਤੋਂ ਇਲਾਵਾ ਜਿਹੜੀਆਂ ਕਹਿ ਰਹੀਆਂ ਕਿ ਅਸੀਂ ਲੋਕਡਾਊਨ ਖਤਮ ਹੁੰਦਿਆਂ ਹੀ ਜਿਹੜਾ ਇਸ ਕਾਨੂੰਨ ਦੀਆਂ ਤਬਦੀਲੀਆਂ ਤੇ ਵਿਰੋਧ ਕਰਾਂਗੇ। ਟ੍ਰੇਡ ਯੂਨੀਅਨਾਂ ਜਿਵੇਂ ਮਜ਼ਦੂਰਾਂ ਦੀਆਂ ਜਾਂ ਕਾਮਰੇਡਾਂ ਦੀਆਂ ਜਾਂ ਹੋਰ ਜਿਹੜੀਆਂ ਵੀ ਆ ਰਹੀਆਂ ਵਾ, ਉਹਦੇ ਵਿੱਚ ਇਹ ਆ ਕਿ ਜੇ ਉਹ ਕਹਿ ਰਹੀਆਂ ਵਾ ਕਿ ਅਸੀਂ ਲੋਕਡਾਊਨ ਤੋਂ ਬਾਅਦ ਇਹ ਪ੍ਰੋਸੈਸ ਸ਼ੁਰੂ ਕਰਾਂਗੇ, ਤੇ ਲੋਕਡਾਊਨ ਤੋਂ ਪਤਾ ਨਹੀਂ ਕਿੰਨੇ ਟਾਈਮ ਤੇ ਚੱਲਣਾ। ਸੋ ਇਸ ਕਰਕੇ ਜੇ ਇਹਨਾਂ ਨੇ ਜਲਦੀ ਤੋਂ ਜਲਦੀ ਇਹ ਸੰਘਰਸ਼ ਨਹੀਂ ਵਿੰਡਿਆ ਤਾਂ ਇਹ ਕਾਨੂੰਨ ਬਣ ਜਾਊਗਾ। ਜਿਵੇਂ ਕਿ ਮੈਂ ਅੱਗੇ ਪਹਿਲਾਂ ਗੱਲ ਕੀਤੀ ਹੈ, ਲੋਕ ਜਿਹੜੇ ਆ ਅਦਾਲਤਾਂ ਦੇ ਚੱਕਰ ਵਿੱਚ ਚੱਕਰ ਕੱਟਦੇ ਰਹਿਣਗੇ। ਜੇ ਪਹਿਲਾਂ ਬਾਹਰ ਆਉਣਗੇ ਤਾਂ ਹੋ ਸਕਦਾ ਕਾਨੂੰਨ ਨੂੰ ਬਣਨ ਤੋਂ ਪਹਿਲਾਂ ਰੋਕ ਲਾਈ ਜਾਵੇ। ਔਰ ਯੂਪੀ ਜਿਹੜੀ ਹੈ, ਯੂਪੀ ਦੀ ਸਰਕਾਰ ਆ, ਉਹਨੇ ਮਤਲਬ ਵੀ ਇਹ ਲਾਗੂ ਵੀ ਕੀਤਾ ਵਾ, ਪਰ ਉਹਦਾ ਪ੍ਰੋਫੈਸਰ ਜੋ ਹੈ ਪ੍ਰਪੋਜ਼ਲ ਬਣਾ ਕੇ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਭੇਜ ਦਿੱਤਾ ਕਿ ਇਸ ਦੇ ਬਾਬਤ ਜਿਹੜਾ ਸਖਤ ਕਾਨੂੰਨ ਜਿਹੜਾ ਬਣਾ ਦਿੱਤਾ ਜਾਵੇ। ਬਹੁਤ ਸਾਰੇ ਰਾਜਾਂ ਨੇ ਪ੍ਰਪੋਜ਼ਲ ਪੇਸ਼ ਕੀਤੇ। ਹਾਂ। ਔਰ ਲਾਸਟ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਹੜੇ ਬਦਲਾਅ ਹੋਏ ਆ
ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਹੋਵੇਗਾ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ ਜੀ, ਇਹਦੇ ਵਿੱਚ ਜਿਹੜੇ ਇਨ ਫਿਊਚਰ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਹੱਕ, ਕਾਰਪੋਰੇਟਾਂ ਦੇ ਅਧਿਕਾਰ ਜਿਹੜੇ ਆ, ਇੱਕ ਮਜ਼ਦੂਰਾਂ ਦੇ ਵਿੱਚ ਤੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਿਹੜੀ ਇਹ ਜੰਗ ਹੋਣ ਦੇ ਵੀ ਅਸਾਰ ਬਣਨਗੇ ਜੇ ਮਜ਼ਦੂਰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਤਾਂ। ਕਿਉਂਕਿ ਜਿਵੇਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਲੋਕ ਆ, ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਮਜ਼ਦੂਰ ਵਰਗ ਆ, ਇਹਨਾਂ ਦਾ ਕੋਈ ਬਹੁਤਾ ਆਪਸ ਵਿੱਚ ਤਾਲਮੇਲ ਨਹੀਂ ਹੁੰਦਾ ਤੇ ਇਹਨਾਂ ਦੇ ਵਿੱਚ ਫੁੱਟ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਬਟ ਜੇ ਇਹਨਾਂ ਨੇ ਹੁਣ ਵੀ ਸੰਘਰਸ਼ ਨਾ ਕੀਤਾ ਤੇ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ, ਤੇ ਜੇ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਉਹਦੀ ਇੱਕ ਖਾਨਾ ਜੰਗੀ ਵਾਲੇ ਅਸਾਰ ਜੇ ਬਣ ਜਾਂਦੇ ਹੁੰਦੇ ਆ। ਠੀਕ ਹੈ। ਸੋ ਇਸ ਤਰ੍ਹਾਂ ਚੀਜ਼ਾਂ ਤੋਂ ਸਰਕਾਰ ਨੂੰ ਬਚਣ ਲਈ ਇਮਿਊਨਿਟੀ ਜਿਹੜੀ ਹੈਗੀ ਆ, ਇਮਿਊਨਿਟੀ ਰਾਈਟ ਨੂੰ ਕਾਇਮ ਰੱਖਣ ਲਈ ਟ੍ਰੇਡ ਯੂਨੀਅਨ ਦੇ ਅਧਿਕਾਰ ਤੇ ਮਜ਼ਦੂਰਾਂ ਦੇ ਜਿਹੜੇ ਹੱਕ ਆ ਉਹ ਬਕਾਇਦਾ ਜੋ ਪਹਿਲਾਂ ਚੱਲਦੇ ਸੀ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।